एक छोटी बच्ची जिहड़ी 98% मार्क्स कॉन्वेंट स्कूल च रह के ले रही है, उस बच्ची नूं वरगला के परमिंदर सिंह खेड़ा नाम का व्यक्ति जिहड़ा 47 साल का, तो उसके आपदे बच्चे भी उस बच्ची तो वड्डे ने, ते उस बंदे ने इस घटना नूं जिहड़ा अंजाम दिता। ਅਸੀਂ ਅਲਟੀਮੇਟਮ ਦੇ ਕੇ ਆਏ ਹਾਂ 2 दिन ਦਾ ਵੀ ਜੇਕਰ 2 दिन ਦੇ ਵਿੱਚ ਉਸ ਦੋਸ਼ੀ ਨੂੰ गिरफ्तार करके कटहरे ਦੇ ਵਿੱਚ खड़ा ना किया गया ਤਾਂ ਸਮੁੱਚਾ ਬਾਜ਼ਾਰ, ਸਮੁੱਚਾ कराली, ਸਮੁੱਚੇ ਨੈਸ਼ਨਲ ਹਾਈਵੇ ਜਿਹੜੇ ਉਹ ਬੰਦ ਕਰਨ ਦਾ ਜਿਹੜਾ ਅਸੀਂ ਸੱਦਾ ਆ ਸਾਰੀਆਂ ਪਾਰਟੀਆਂ ਵੱਲੋਂ ਦੇਵਾਂਗੇ। ਜਦੋਂ ਕੁਰਾਲੀ ਥਾਣੇ 'ਚ ਪਹੁੰਚੀ ਉੱਥੇ SHO ਸਾਹਿਬ ਨੇ ਉਹਨੂੰ ਅੰਦਰ ਬੁਲਾਇਆ ਤੇ ਉਹਨਾਂ ਨੇ ਪੂਰੀ ਗੱਲ ਪੁੱਛੀ ਮੈਨੂੰ ਕਹਿੰਦੇ ਹੋਏ ਸੀ, ਕਹਿੰਦੇ ਬੰਦਾ ਉਹਨੂੰ ਬਾਰ-ਬਾਰ ਪੁੱਛਦੇ ਹੋਏ ਸੀ ਕਿ ਤੁਸੀਂ 100% ਸ਼ੋਰ ਹੋ ਕਿ ਇਹ ਬੰਦਾ, ਇਸ ਦਾ ਮਤਲਬ ਉਹਨੂੰ ਜਾਣਦੇ ਸੀਗੇ। ਹੁਣ ਜਦੋਂ FIR ਦੇਖੀ ਉਸ ਦਾ ਨਾਮ ਨਹੀਂ ਸੀਗਾ, ਨਾਮਾਲੂਮ ਵਿਅਕਤੀ ਲਿਖਿਆ ਹੋਇਆ ਸੀ, ਜਦੋਂ ਕਿ ਮੈਂ ਉਹਦਾ ਨਾਮ ਦੱਸਿਆ। ਉਸ ਤੋਂ ਬਾਅਦ ਜਦੋਂ ਹਸਪੀਟਲ 'ਚ ਵੀ ਲੈ ਕੇ ਗਏ ਤਾਂ ਡਾਕਟਰਸ ਵੀ ਮੈਨੂੰ ਫੋਰਸ ਕਰਦੇ ਹੋਏ ਸੀ, ਕਹਿੰਦੇ ਤੁਸੀਂ ਪੈਸੇ ਵਗੈਰਾ ਲੈ ਕੇ ਚੁੱਪ ਕਰ ਜਾਓ, ਇੱਦਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਤੇ ਫਿਰ ਚਾਚੀ ਨੂੰ ਦੱਸਿਆ, ਜਦ ਮੈਨੂੰ ਰਿਲਾਈਜ਼ ਹੋਇਆ ਕਿ ਕੀ ਹੋਇਆ ਮੇਰੇ ਨਾਲ, ਚਾਚੀ ਨੂੰ ਦੱਸਿਆ। ਚਾਚੀ ਨੇ ਮੈਨੂੰ ਦੱਸਿਆ ਕਿ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਉਹ ਬਲੈਕਮੇਲ ਕਰਦੀ, ਕਹਿੰਦੀ ਮੈਂ ਮੇਰੀ ਵੀਡੀਓ ਬਣਾ ਲਈ ਹੈ ਕਿ ਫਿਰ ਅੱਗੇ ਜਾ ਕੇ ਤੈਨੂੰ ਪਰੇਸ਼ਾਨ ਕਰੂੰਗੇ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਹੋ ਆਪਣੇ ਰਿਸ਼ਤੇਦਾਰਾਂ ਦੇ ਘਰ ਤਾਂ ਹੋ ਜਾਓ ਖਬਰਦਾਰ। ਜੀ ਹਾਂ, 14 ਸਾਲਾਂ ਦੀ ਭਤੀਜੀ ਦਾ ਚਾਚੀ ਨੇ ਕਰਵਾਇਆ ਸਰੀਰਕ ਸ਼ੋਸ਼ਣ। ਕੁਰਾਲੀ ਸ਼ਹਿਰ ਦੀ ਰਹਿਣ ਵਾਲੀ 14 ਸਾਲਾਂ ਦੀ ਹੋਣਹਾਰ ਲੜਕੀ ਦੀ ਗੱਲ ਕਰ ਰਹੇ ਹਾਂ, ਜਿਸ ਨੇ ਪਿਛਲੇ ਦਿਨੀ ਕੁਰਾਲੀ ਪੁਲਿਸ ਥਾਣਾ ਸਿਟੀ ਵਿੱਚ FIR ਦਰਜ ਕਰਵਾਈ ਗਈ ਸੀ ਕਿ ਮੇਰੇ ਨਾਲ ਸਰੀਰਕ ਸ਼ੋਸ਼ਣ ਹੋਇਆ ਹੈ। ਲੜਕੀ ਨੇ ਦੱਸਿਆ ਕਿ ਉਹਨਾਂ ਨੂੰ ਪੈਸੇ ਦੇ ਲੈ ਕੇ ਚੁੱਪ ਕਰਵਾਇਆ ਜਾ ਰਿਹਾ ਹੈ, ਪਰੰਤੂ ਹੁਣ ਇਹ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਵਿੱਚ ਸਿਆਸੀ ਪਾਰਟੀਆਂ ਦੇ ਪ੍ਰਧਾਨ ਅਤੇ ਯੂਥ ਵਿੰਗ ਵੀ ਆ ਖੜਿਆ ਹੈ। ਉਹਨਾਂ ਸਭ ਨੇ ਪੀੜਤ ਪਰਿਵਾਰ ਨੂੰ ਆਸ਼ਵਾਸਨ ਦਿਵਾਇਆ ਕਿ ਜਲਦ ਤੋਂ ਜਲਦ ਆਰੋਪੀ ਗ੍ਰਿਫਤਾਰ ਹੋਣਗੇ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਇਹ ਪੂਰਾ ਮਾਮਲਾ। ਬਿਊਰੋ ਰਿਪੋਰਟ ਕੁਰਾਲੀ। ਪਿਛਲੇ ਦਿਨ ਇੱਕ ਬਹੁਤ ਹੀ ਘਿਨੌਣੀ ਹਰਕਤ ਜੋ ਇੱਕ ਚਾਚੀ ਦੁਆਰਾ ਕੀਤੀ ਗਈ ਆਪਣੀ 14 ਸਾਲ ਦੀ ਭਤੀਜੀ ਨੂੰ ਲੈ ਕੇ, ਜੋ ਉਸ ਦਾ ਸਰੀਰਕ ਸ਼ੋਸ਼ਣ ਕਰਵਾਇਆ ਗਿਆ, ਉਸ ਦੇ ਚੱਲਦੇ ਅੱਜ ਸਾਡੇ ਨਾਲ ਲੜਕੀ ਦੇ ਜੋ ਫਾਦਰ ਨੇ ਉਹ ਹਨ, ਉਹਨਾਂ ਤੋਂ ਜਾਣਾਂਗੇ ਕਿ ਕੀ ਹੈ ਪੂਰਾ ਮਾਮਲਾ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਕੀ ਹੁਣ ਤੱਕ ਜੋ ਕੀਤਾ ਗਿਆ ਤੇ ਕਿੱਥੇ ਕਿੱਥੇ ਉਹਨਾਂ ਨੂੰ ਦਿੱਕਤਾਂ ਆਈਆਂ, ਅੱਗੇ ਕੀ ਜੋ ਉਹਨਾਂ ਦੀ ਐਕਟੀਵਿਟੀ ਰਹੇਗੀ, ਕਿੱਥੋਂ ਤੱਕ ਪਹੁੰਚ ਕਰ ਰਹੇ ਨੇ। ਸਰ, ਜੋ ਇਹ ਹੋਇਆ ਲੜਕੀ ਦਾ ਕੇਸ ਹੋਇਆ, ਕੀ ਪੂਰਾ ਮਾਮਲਾ ਰਿਹਾ ਜੀ? ਪੂਰਾ ਮਾਮਲਾ ਤਾਂ ਇਹੀ ਹੈ ਵੀ ਇਹ ਜਿਹੜੀ ਲੜਕੀ ਹੈ ਸਾਡੀ, ਮੇਰੀ ਬੇਟੀ ਹੈ, ਇਹ ਸਾਡੀ ਬੇਟੀ ਦੀ ਜਿਹੜੀ ਸਗੀ ਚਾਚੀ ਹੈ, ਸਾਡੀ ਸਗੀ ਭਰਜਾਈ ਹੈ। ਤੇ ਹੁਣ ਦੱਸੋ ਵੀ ਰਿਸ਼ਤਿਆਂ ਦਾ ਹੁਣ ਕਿਆ ਤਵਾਰ ਕਰੀਏ ਜੀ? ਹੁਣ ਬੱਚੇ ਕਿਸੇ ਭਰੋਸੇ ਛੱਡੀਏ? ਇੰਨੇ ਆਪਣਾ ਦਿਲ ਵਿੱਚ ਇੰਨਾ ਆਪਣਾ ਮਾੜੀ ਸੋਚ ਰੱਖੀ ਹੋਈ ਹੈ, ਕਿਆ ਕਰਿਆ ਜਾਵੇ? ਹੁਣ ਦੇਖੋ, ਮੈਂ ਤਾਂ ਕਹਿੰਦਾ ਵੀ ਦੇਖੋ, ਜਿਹੜੇ ਆਪਣੇ ਅਰਬ ਕੰਟਰੀਆਂ ਵਿੱਚ ਬੜਾ ਉਹ ਹੈ, ਸਖਤ ਸਜ਼ਾ ਹੈ, ਜਦੋਂ ਉਹ ਬੰਦੇ ਨੂੰ ਲਮਕਾ ਦਿੰਦੇ ਆ, ਕੋਈ ਡਰ ਭੈ ਨਹੀਂ ਕਿਸੇ ਗੱਲ ਦਾ। ਮਤਲਬ ਕਿ ਇਹੋ ਜਿਹੇ ਬੰਦੇ ਨੂੰ ਜਦ ਬੱਚਾ ਹੁਣ ਇੱਕ ਨਾਮ ਲੈ ਰਿਹਾ, ਸ਼ਰੇਆਮ ਦੱਸ ਰਿਹਾ ਵੀ ਇਹ ਬੰਦਾ ਕ੍ਰਿਮੀਨਲ ਹੈ, ਵੀ ਇਹ ਜ਼ੁਲਮ ਕਰਿਆ, ਤਾਂ ਫਿਰ ਵੀ ਪ੍ਰਸ਼ਾਸਨ ਵੱਲੋਂ ਪਤਾ ਨਹੀਂ ਕੀ ਗੱਲ ਹੈ, ਇਹਦੀ ਗ੍ਰਿਫਤਾਰੀ ਨਹੀਂ ਹੋ ਰਹੀ। ਹਾਂਜੀ, ਤੇ ਜਿਹੜਾ ਇਲਜ਼ਾਮ ਲੱਗੇ ਆ ਲੜਕੀ ਦੀ ਚਾਚੀ ਦੇ ਉੱਤੇ, ਇਹ ਫਸਟ ਟਾਈਮ ਹੋਇਆ ਜਾਂ ਇਸ ਤੋਂ ਪਹਿਲਾਂ ਵੀ ਉਹ ਇਹੋ ਜਿਹੇ ਕੋਈ ਕਰਮ ਕਰਵਾਉਂਦੀ ਰਹੀ ਹੈ ਉਸ ਬੱਚੀ ਤੋਂ? ਇਹ ਤਾਂ ਜਦੋਂ 17 ਜੂਨ ਦੀ ਬਾਅਦ ਦੀ ਘਟਨਾ, ਜਦੋਂ ਭਰਾ ਛੁੱਟੀ ਚਲ ਗਿਆ 17 ਜੂਨ ਤੋਂ ਬਾਅਦ, ਹੁਣ ਪਤਾ ਨਹੀਂ ਹੈ ਉਹਦੇ ਮਨ 'ਚ ਪਹਿਲਾਂ ਹੀ ਐਸੀ ਕਿਆ ਉਹਨੇ ਆਪਣੀ ਉਹ ਮਤਲਬ ਕਿ ਮਨ 'ਚ ਇੱਛਾ ਪਾਲੀ ਹੋਈ ਸੀ ਕੋਈ। ਇਹਦੇ ਕੋਈ ਖੇੜੇ ਇਹਦੇ ਨਾਲ ਪਰਵਿੰਦਰ ਖੇੜੇ ਨਾਲ ਇਹਦੇ ਸ਼ੁਰੂ ਤੋਂ ਇੱਕ ਵਾਰੀ ਹੁੰਦੀ ਉਹੀ ਰਿਲੇਸ਼ਨ 'ਤੇ, ਉਹਨੇ ਮੈਰਿਜ 'ਤੇ ਹੋਣ ਤੋਂ ਬਾਅਦ ਵੀ ਨਹੀਂ ਛੱਡੇ। ਹਾਂਜੀ, ਉਹਨੂੰ ਮਿਲਦੀ ਵਰਤਦੀ ਰਹੀ, ਜਾਂ ਇਹਨਾਂ ਨੇ ਦੋਨਾਂ ਨੇ ਪਲਾਨਿੰਗ ਬਣਾਈ ਹੋਣੀ ਹੈ ਵੀ ਬੇਟੀ ਨੂੰ ਇਸਤੇਮਾਲ ਕਰਿਆ ਜਾਵੇ। ਤੇ ਬੇਟੀ ਦੀ ਹੁਣ ਨਾਬਾਲਿਗ ਬੇਟੀ ਹੈ, ਨਾ ਸਮਝ ਬੱਚੀ ਹੈ, ਉਹਨੂੰ ਇਹਨੇ ਪਤਾ ਨਹੀਂ ਕਿਆ ਕੋਲਡ ਡਰਿੰਕ 'ਚ ਪਿਲਾਇਆ, ਕਿਆ ਕਰਿਆ। ਇਹਨੇ ਉਹਨੂੰ ਡਰਾਇਆ ਧਮਕਾਇਆ ਵੀ ਜੇ ਤੂੰ ਦੱਸੂਗੀ ਕਿਸੇ ਨੂੰ ਤਾਂ ਤੁਹਾਡੀ ਵੀਡੀਓ ਤਾਂ ਤੁਹਾਨੂੰ ਪੇਰੈਂਟਸ ਨੂੰ ਮਾਰ ਦਿਆਂਗੇ, ਤੁਹਾਡੇ ਨੂੰ ਤੇਰਾ ਫਿਊਚਰ ਖਤਮ ਕਰ ਦੂੰਗੇ, ਤੈਨੂੰ ਸਕੂਲ 'ਤੇ ਹਟਾ ਲੂੰਗੇ। ਤਾਂ ਉਹ ਬੱਚੀ ਸਹਿਮੀ ਰਹਿਣ ਲੱਗ ਗਈ। ਤਾਂ ਫਿਰ ਚਲੋ ਇੱਕ ਦਿਨ ਹੌਸਲਾ ਕਰਕੇ ਸਾਨੂੰ ਦੱਸਿਆ ਉਹਨੇ, ਦੱਸਣ ਤੋਂ ਬਾਅਦ ਫਿਰ ਹੌਲੀ ਹੌਲੀ ਫਿਰ ਅਸੀਂ ਬੱਚੀ ਨੂੰ ਪਿਆਰ ਨਾਲ ਪੁੱਛਿਆ ਸਾਰੀ ਗੱਲ। ਦੱਸਣ ਦੇ ਬਾਅਦ ਅਸੀਂ ਫਿਰ ਉਰੇ ਸਿਟੀ ਥਾਣੇ 'ਚ ਆ ਕੇ ਸਾਰੀ ਅਸੀਂ FIR ਦਰਜ ਲਿਖਾਈ। ਤੇ ਜਿਸ ਤਰ੍ਹਾਂ FIR ਦੇ ਵਿੱਚ ਲਿਖਿਆ ਗਿਆ ਹੈ ਕਿ ਬੱਚੀ ਦੇ ਨਾਲ ਹੋਟਲਾਂ ਦੇ ਵਿੱਚ ਵੀ ਲਿਜਾ ਕੇ ਕੋਈ ਕਰਮ ਹੁੰਦਾ ਰਿਹਾ ਹੈ, ਇਹ ਬੱਚੀ ਨੇ ਪਹਿਲਾਂ ਕਦੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ? ਇਹ ਬੱਚੀ ਨੇ ਇੱਕ ਦੋ ਵਾਰ ਚਾਚੀ ਕਹਿੰਦੀ ਅਸੀਂ ਖਰੜ ਜਾਣਾ, ਮੈਂ ਇਹਦੀ ਖਰੜੇ ਦੀ ਭੈਣ ਰਹਿੰਦੀ ਹੈ,
ਉਹ ਕੱਪੜੇ ਦਾ ਕੰਮ ਕਰਦੀ ਹੈ, ਸਿਲਾਈ ਦਾ ਵੀ। ਕਹਿੰਦੀ ਚੱਲ ਮੈਂ ਕੱਪੜੇ 2 ਸੂਟ ਸਵਾਉਣ ਜਾਣਾ ਵੀ ਚਲੋ ਕੋਈ ਗੱਲ ਨਹੀਂ, ਹੁਣ ਮੈਂ ਇਕੱਲੀ ਜਾਊਂਗੀ, ਬੇਟੀ ਅਸੀਂ 2 ਨੇ ਅੱਧੇ ਘੰਟੇ 'ਚ ਮੁੜ ਜਾਣਾ ਸੀ। ਤੇ ਮੈਂ ਘਰਦਿਆਂ ਨੂੰ ਵੈਸੇ 1-2 ਵਾਰ ਕਿਹਾ ਵੀ ਮੈਂ ਇਹਦੇ ਨਾਲ ਨਾ ਭੇਜੇ ਕਰੋ, ਕਹਿੰਦੇ ਚਲੋ ਅਸੀਂ ਹੁਣ ਕੱਪੜੇ ਦੇ ਕੇ ਆ ਜਾਣਾ। ਤੇ ਉੱਥੇ ਬੇਟੀ ਨੂੰ ਪਤਾ ਨਹੀਂ ਉਹਦੀ ਭੈਣ ਨੇ ਵੀ ਉਹਦੇ ਵਿੱਚ ਪਤਾ ਨਹੀਂ ਕਿਆ ਰੋਟੀ ਖਿਲਾਇਆ ਕਿਆ ਨਹੀਂ, ਜਦ ਕਿ ਬੇਟੀ ਮਨਾ ਕਰਦੀ ਸੀ ਮੈਂ ਬ੍ਰੇਕਫਾਸਟ ਕਰਕੇ ਆਈ ਹਾਂ। ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ? ਪ੍ਰਸ਼ਾਸਨ ਵੱਲੋਂ ਤਾਂ ਹੁਣ ਇਹੀ ਹੈ ਵੀ ਐਸਓ ਸਾਹਿਬ ਕਹਿ ਰਹੇ ਆ ਜੀ ਵੀ ਤੁਸੀਂ ਬੇਫਿਕਰ ਹੋ, ਵੀ ਤੁਹਾਡੀ ਬੇਟੀ ਨਹੀਂ ਸਾਡੀ ਬੱਚੀ ਹੈ, ਸਾਨੂੰ ਇਸ ਬੱਚੀ ਦਾ ਸਾਨੂੰ ਬੜਾ ਦੁੱਖ ਹੈ ਜਦੋਂ ਇੱਦਾਂ ਦੀ ਘਟਨਾ ਹੁੰਦੀਆਂ, ਵੀ ਤੁਸੀਂ ਸਾਨੂੰ 1-2 ਦਿਨ ਦਿਓ, ਕੋਈ ਗੱਲ ਨਹੀਂ, ਅਰੈਸਟ ਉਹਦੀ ਪਾ ਰਹੇ ਹਾਂ ਅਸੀਂ, ਸਾਡੀਆਂ ਟੀਮਾਂ ਨੂੰ ਲੱਭ ਰਹੀਆਂ। ਜਦੋਂ ਕੁਰਾਲੀ ਥਾਣੇ 'ਚ ਪਹੁੰਚੀ ਉੱਥੇ ਐਸਐਚਓ ਸਾਹਿਬ ਨੇ ਉਹਨੂੰ ਅੰਦਰ ਬੁਲਾਇਆ ਤੇ ਉਹਨਾਂ ਨੇ ਪੂਰੀ ਗੱਲ ਪੁੱਛੀ ਮੈਨੂੰ ਕਹਿੰਦੇ ਹੋਏ ਸੀ, ਕਹਿੰਦੇ ਬੰਦਾ ਉਹਨੂੰ ਬਾਰ-ਬਾਰ ਪੁੱਛਦੇ ਹੋਏ ਸੀ ਕਿ ਤੁਸੀਂ 100% ਸ਼ੋਰ ਹੋ ਕਿ ਇਹੀ ਬੰਦਾ, ਇਸ ਦਾ ਮਤਲਬ ਉਹਨੂੰ ਜਾਣਦੇ ਸੀਗੇ। ਤੇ ਜਦੋਂ ਉਹਨਾਂ ਨੇ FIR ਲਿਖੀ ਤੇ ਉਹਨਾਂ ਦਾ ਨੇਮ ਦੱਸਿਆ ਕਿ ਪਰਵਿੰਦਰ ਸਿੰਘ ਇਹਨਾਂ ਦਾ ਨੇਮ ਹੈ, ਪਰ ਉਹਨਾਂ ਨੇ ਉਹਨਾਂ ਦਾ ਨਾਮ ਨਹੀਂ ਲਿਖਿਆ। ਇਸ ਦਾ ਮਤਲਬ ਉਹ ਪਿੱਛੇ ਤਾਂ ਪੈਸੇ ਖਾ ਰਹੇ ਆ, ਤਾਂ ਇਸ ਲਈ ਉਹਨਾਂ ਦਾ ਨਾਮ ਨਹੀਂ ਲਿਖਿਆ ਪਰਵਿੰਦਰ ਸਿੰਘ ਦਾ। ਹੁਣ ਜਦੋਂ FIR ਦੇਖੀ ਉਸ 'ਚ ਉਹਦਾ ਨਾਮ ਨਹੀਂ ਸੀਗਾ, ਨਾਮਾਲੂਮ ਵਿਅਕਤੀ ਲਿਖਿਆ ਹੋਇਆ ਸੀ, ਜਦੋਂ ਕਿ ਮੈਂ ਉਹਦਾ ਨਾਮ ਦੱਸਿਆ ਹੈ। SHO ਸਾਹਿਬ ਮੈਨੂੰ ਇੱਦਾਂ ਕਹਿੰਦੇ ਪਏ ਸੀ, ਅਗਰ ਕਹਿੰਦੇ ਉਹ ਬੰਦਾ ਮਤਲਬ ਪੂਰੇ ਮੈਨੂੰ ਬਾਰ-ਬਾਰ ਪੁੱਛਦੇ ਪਏ ਸੀ, ਕਨਫਿਊਜ਼ ਕਰਦੇ ਸੀ ਕਿ ਇਹੀ ਬੰਦਾ ਜਾਂ ਨਹੀਂ ਹੈਗਾ। ਜਦੋਂ ਮੈਂ ਉਹਦਾ ਨਾਮ ਦੱਸਿਆ ਪਰਵਿੰਦਰ ਸਿੰਘ, ਉਹਨਾਂ ਨੇ ਫਿਰ ਵੀ ਉਹਦਾ ਨਾਮ ਨਹੀਂ ਲਿਖਿਆ। ਮੈਨੂੰ ਬਾਰ-ਬਾਰ ਪੁੱਛਦੇ ਪਏ ਸੀ ਇਹੀ ਬੰਦਾ ਤੇ ਉਹਨਾਂ ਨੂੰ ਦੱਸਿਆ ਵੀ ਉਹ ਕਹਿੰਦੇ ਫੋਟੋ ਵਗੈਰਾ ਉਹਦੀ FB ਤੇ Facebook ਤੇ ID ਸੀਗੀ, ਤੇ ਉਹਨੇ ਮੈਨੂੰ ਫੋਟੋ ਵੀ ਦਿਖਾਈ, ਮੈਂ ਦੱਸਿਆ ਕਿ ਇਹੀ ਬੰਦਾ, ਬਟ ਫਿਰ ਵੀ ਉਹਨਾਂ ਨੇ ਉਹਦਾ ਨਾਮ ਨਹੀਂ ਲਿਖਿਆ। ਜੱਜ ਸਾਹਿਬ ਨੂੰ ਮੈਂ ਸਾਰੀ ਸਟੇਟਮੈਂਟ ਦੱਸੀ ਕੀ ਹੋਇਆ, ਕਿ ਚਾਚੀ ਮੈਨੂੰ ਬਲੈਕਮੇਲ ਕਰਦੇ ਸੀਗੇ ਕਿ ਤੁਹਾਡੇ ਘਰਦਿਆਂ ਨੂੰ ਮਰਵਾ ਦੇਣਾ, ਇੱਦਾਂ ਕਰ ਦੇਣਾ, ਉਹਦੇ ਕੋਲ ਪੈਸੇ ਬਹੁਤ ਹੈ, ਪੈਸੇ ਵਾਲਾ ਬੰਦਾ ਹੈ, ਉਹਦੇ ਟਰੱਕ ਵਗੈਰਾ ਚੱਲਦੇ ਹੈ, ਐਕਸੀਡੈਂਟ ਕਰਵਾ ਦੂੰਗਾ ਇੱਦਾਂ। ਜਦੋਂ ਘਰ 'ਚ ਕੋਈ ਨਹੀਂ ਸੀਗਾ, ਮੇਰੇ ਚਾਚੀ ਨੇ ਪਰਵਿੰਦਰ ਸਿੰਘ ਨੂੰ ਬੁਲਾਇਆ ਸੀਗਾ ਘਰ ਫ਼ੋਨ ਕਰਕੇ ਉੱਥੇ ਤੋਂ, ਅਤੇ ਉਹਨਾਂ ਨੇ ਮੈਨੂੰ 3 ਗਲਾਸ ਕੋਲਡ ਡਰਿੰਕ ਲਈ ਕਿਹਾ, ਅਤੇ ਉਸ 'ਚ ਮੈਨੂੰ ਉਹਨਾਂ ਨੇ ਜ਼ਬਰਦਸਤੀ ਪਿਲਾਤਾ। ਅਤੇ ਉਸ ਤੋਂ ਬਾਅਦ ਮੈਨੂੰ ਚੱਕਰ ਆਉਣੇ ਸਟਾਰਟ ਹੋ ਗਏ, ਸਭ ਕੁਝ ਬਲੈਕ ਹੋ ਗਿਆ, ਕੁਝ ਦਿਖਦਾ ਨਹੀਂ ਪਿਆ ਸੀ। ਫਿਰ ਪੂਰੇ ਹੋਸ਼ 'ਚ ਨਹੀਂ ਸੀ, ਵਿੱਚ ਮੈਂ ਅਜੀਬ ਜਿਹਾ ਹੋ ਰਿਹਾ ਸੀਗਾ। ਅਤੇ ਜਦੋਂ ਹੋਸ਼ ਆਇਆ, ਉਹ ਪਰਵਿੰਦਰ ਸਿੰਘ ਉਸ ਵਕਤ ਹੈ ਨਹੀਂ ਸੀਗਾ, ਘਰ ਨਹੀਂ ਸੀ। ਅਤੇ ਫਿਰ ਚਾਚੀ ਨੂੰ ਦੱਸਿਆ, ਜਦ ਮੈਨੂੰ ਰਿਲਾਈਜ਼ ਹੋਇਆ ਕਿ ਕੀ ਹੋਇਆ ਮੇਰੇ ਨਾਲ, ਚਾਚੀ ਨੂੰ ਦੱਸਿਆ। ਚਾਚੀ ਨੇ ਮੈਨੂੰ ਦੱਸਿਆ ਕਿ ਕਿਸੇ ਨੂੰ ਦੱਸਣਾ ਨਹੀਂ ਹੈ ਕਿ ਉਹ ਬਲੈਕਮੇਲ ਕਰਦੀ, ਕਹਿੰਦੀ ਮੈਂ ਮੇਰੀ ਵੀਡੀਓ ਬਣਾ ਲਈ ਹੈ ਕਿ ਫਿਰ ਅੱਗੇ ਜਾ ਕੇ ਤੈਨੂੰ ਪਰੇਸ਼ਾਨ ਕਰੂੰਗੇ ਇੱਦਾਂ। ਸਾਡੇ ਘਰ ਬੰਦੇ ਭੇਜ ਰਹੇ ਕਿ ਕੇਸ ਵਾਪਸ ਲੈ ਲਓ, ਪੈਸੇ ਵਗੈਰਾ ਲੈ ਕੇ ਤੁਸੀਂ ਚੁੱਪ ਕਰ ਦਿਓ, ਪਰ ਸਾਨੂੰ ਇਨਸਾਫ ਚਾਹੀਦਾ। ਮੈਂ ਇਹ ਮੰਗ ਕਰਦੀ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ, ਮੈਨੂੰ ਇਨਸਾਫ ਚਾਹੀਦਾ। ਸਰ ਅੱਜ ਤੁਸੀਂ ਇਹ ਕੁਰਾਲੀ ਵਿਖੇ ਇੱਕ ਮੈਮੋਰੈਂਡਮ ਦੇਣ ਆਏ ਨੇ ਕਿ ਜਿਹੜੀ ਕਿ ਇੱਕ ਮੰਦਭਾਗੀ ਘਟਨਾ ਵਾਪਰੀ ਸੀਗੀ, ਉਸ ਪ੍ਰਤੀ ਕੀ ਕਹਿਣਾ ਜੀ ਆਪਦਾ? ਦੇਖੋ, ਪਹਿਲਾਂ ਤਾਂ ਅਸੀਂ ਸਮੁੱਚੇ ਮੀਡੀਆ ਦਾ, ਆਮ ਆਦਮੀ ਪਾਰਟੀ ਵੱਲੋਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਸਮੁੱਚੇ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਹੋ ਜਿਹੇ ਜਿਹੜਾ ਐਡਾ ਵੱਡਾ ਕੁਕਰਮ ਹੋਇਆ ਉਹਦੇ ਲਈ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਅੱਜ ਖੜੇ ਹੋ ਪਰਿਵਾਰ ਨਾਲ ਤੇ ਬਾਕੀ ਇਲਾਕੇ ਨਾਲ। ਤੇ ਇਹ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ 30-35 ਸਾਲ ਤੋਂ ਜਿਹੜਾ ਜੰਗਲ ਦਾ ਰਾਜ ਹੈ ਜਿਹੜਾ ਉਹ ਚੱਲ ਰਿਹਾ, ਉਸ ਰਾਜ ਦੇ ਵਿੱਚ ਜਿਹੜਾ ਰਾਜਨੀਤਿਕ ਅਪਰਾਧੀਕਰਨ ਹੋਇਆ ਤੇ ਜਿਹੜੇ ਅਪਰਾਧੀ ਹੈ ਉਹਨਾਂ ਨੂੰ ਰਾਜਨੀਤਿਕ ਜਿਹੜੀ ਸ਼ਰਨ ਹੈ ਉਹ ਬਹੁਤ ਵੱਡੇ ਪੱਧਰ ਤੇ ਮਿਲ ਰਹੀ ਹੈ, ਤੇ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਵੀ ਉਹ ਕੋਈ ਵੀ ਘਟਨਾ ਨੂੰ ਅੰਜਾਮ ਦੇ ਕੇ ਉਹ ਸ਼ਰੇਆਮ ਘੁੰਮ ਸਕਦੇ ਨੇ। ਤੇ ਸ਼ਰੇ ਬਾਜ਼ਾਰ ਉਹ ਉਹਨਾਂ ਜਿਨ੍ਹਾਂ ਨਾਲ ਇਹ ਘਟਨਾਵਾਂ ਘਟਦੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਧਮਕੀਆਂ, ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਉਹਨਾਂ ਨੂੰ ਵੱਡੇ ਵੱਡੇ ਪੈਸੇ ਦੇ ਲਾਲਚ ਦੇ ਕੇ ਉਹ ਹਰ ਹਰਬਾ ਵਰਤਦੇ ਨੇ। ਪਰੰਤੂ ਸਾਡੇ ਲਈ ਮਾਣ ਵਾਲੀ ਗੱਲ ਹੈ ਵੀ ਇਸ ਪਰਿਵਾਰ ਨੇ ਉਹਨਾਂ ਦੀ ਹਰ ਗੱਲ ਨੂੰ ਠੁਕਰਾ ਕੇ, ਕਿਉਂਕਿ ਇਹ ਇੱਕ ਬਹੁਤ ਜਿਹੜੀ ਘਿਨਾਉਣੀ ਕਾਰਵਾਈ ਹੈ, ਇੱਕ ਛੋਟੀ ਬੱਚੀ ਜਿਹੜੀ 98% ਮਾਰਕਸ ਕਨਵੈਂਟ ਸਕੂਲ 'ਚ ਰਹਿ ਕੇ ਲੈ ਰਹੀ ਹੈ, ਉਸ ਬੱਚੀ ਨੂੰ ਵਰਗਲਾ ਕੇ ਇੱਕ ਇੱਥੋਂ ਦੇ ਬਹੁਤ ਵੱਡਾ ਰਾਜਨੀਤਿਕ ਪਰਿਵਾਰ ਜਿਹਨੂੰ ਅਕਾਲੀ ਦਲ ਦਾ ਪੂਰੀ ਸਰਪ੍ਰਸਤੀ ਹੈ, ਤੇ ਉਹ ਪਰਿਵਾਰ ਖੇੜਾ ਪਿੰਡ ਤੋਂ ਪਰਮਿੰਦਰ ਸਿੰਘ ਖੇੜਾ ਨਾਂ ਦਾ ਵਿਅਕਤੀ ਜਿਹੜਾ 47 ਸਾਲ ਦਾ ਤੇ ਉਸਦੇ ਆਪਦੇ ਬੱਚੇ ਵੀ ਉਸ ਬੱਚੀ ਤੋਂ ਵੱਡੇ ਨੇ, ਤੇ ਉਸ ਬੰਦੇ ਨੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ। ਤੇ ਇਹ ਬਹੁਤ ਦੁਖਦਾਈ ਘਟਨਾ, ਤੇ ਅਸੀਂ ਹਰ ਪੱਖ ਤੋਂ ਸਮੁੱਚਾ ਰਾਜਨੀਤਿਕ ਪਰਿਵਾਰ ਸਾਡਾ, ਸਮੁੱਚੀਆਂ ਪਾਰਟੀਆਂ ਅਸੀਂ ਇਸ ਦੇ ਖਿਲਾਫ ਅੱਜ ਜਿਹੜਾ, ਕਿਉਂਕਿ 4-5 ਦਿਨ ਹੋ ਗਏ ਸੀ ਕੋਰਟ ਦੇ ਵਿੱਚ ਬਿਆਨ ਹੋਇਆਂ ਨੂੰ ਵੀ, ਤੇ ਉਸ ਤੋਂ ਬਾਅਦ ਅੱਜ ਅਸੀਂ SHO ਸਾਹਿਬ ਨੂੰ ਆ ਕੇ ਮਿਲੇ ਹਾਂ। ਪਰੰਤੂ ਸਾਨੂੰ ਥੋੜ੍ਹਾ ਜਿਹਾ ਇੱਥੇ ਪਹੁੰਚ ਕੇ SHO ਸਾਹਿਬ ਨੇ ਵਿਸ਼ਵਾਸ ਦਿਵਾਇਆ, ਕਿਉਂਕਿ ਜੋ ਸਾਡੇ ਮਨ ਵਿੱਚ ਤੌਖਲੇ ਸੀਗੇ ਜਾਂ ਪਰਿਵਾਰ ਨੂੰ ਜੋ ਡਰਾ ਧਮਕਾ ਕੇ ਉਹ ਪਰਿਵਾਰ ਇਹਨਾਂ ਤੇ ਰਾਜੀਨਾਮਾ ਕਰਾਉਣਾ ਚਾਹੁੰਦਾ ਸੀਗੇ, ਤੇ ਉਸ ਦੀ ਥੋੜ੍ਹੀ ਜਿਹੀ ਸਾਨੂੰ ਜਿਹੜੀ ਤਸੱਲੀ ਆ ਅੱਜ SHO ਸਾਹਿਬ ਨੇ ਦਿੱਤੀ ਹੈ। ਤੇ ਉਹਨਾਂ ਨੂੰ ਅਸੀਂ ਅਲਟੀਮੇਟਮ ਦੇ ਕੇ ਆਏ ਹਾਂ 2 ਦਿਨ ਦਾ, ਵੀ ਜੇਕਰ 2 ਦਿਨ ਦੇ ਵਿੱਚ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ
ਕਟਹਿਰੇ ਦੇ ਵਿੱਚ ਖੜਾ ਨਾ ਕੀਤਾ ਗਿਆ ਤਾਂ ਸਮੁੱਚਾ ਬਾਜ਼ਾਰ, ਸਮੁੱਚਾ ਕੁਰਾਲੀ, ਸਮੁੱਚੇ ਨੈਸ਼ਨਲ ਹਾਈਵੇ ਜਿਹੜੇ ਉਹ ਬੰਦ ਕਰਨ ਦਾ ਜਿਹੜਾ ਅਸੀਂ ਸੱਦਾ ਆ ਸਾਰੀਆਂ ਪਾਰਟੀਆਂ ਵੱਲੋਂ ਦੇਵਾਂਗੇ। ਤੇ ਜਦੋਂ ਤੱਕ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਨਹੀਂ ਭੇਜਿਆ ਜਾ ਸਕਦਾ, ਸਖਤ ਤੋਂ ਸਖਤ ਮਿਸਾਲੀ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਡੱਕਿਆ ਜਾਂਦਾ, ਉਦੋਂ ਤੱਕ ਅਸੀਂ ਕੋਈ ਵੀ ਪਾਰਟੀ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਭਾਵੇਂ ਸਾਨੂੰ ਕਿਸੇ ਤੱਕ ਵੀ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ, ਚੀਮਾ ਸਾਹਿਬ ਦੀ, ਹਰਪਾਲ ਚੀਮਾ ਜੀ ਦੀ ਰਾਤ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਕਿ ਜਾ ਕੇ ਐਸਐਚਓ ਸਾਹਿਬ ਨੂੰ ਮਿਲੋ। ਤਾਂ ਅੱਜ ਅਸੀਂ ਰਾਜਾ ਨੰਦੇੜੀਆ ਜੀ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਥੰਮ ਹੈ, ਪੰਜਾਬ ਦੇ ਜਨਰਲ ਸਕੱਤਰ ਹੈ, ਪਿਛਲੇ 40-50 ਸਾਲ ਤੋਂ ਜਿਹੜੇ ਗਲੀਆਂ ਕੂਚਿਆਂ ਦੇ ਵਿੱਚ ਘੁੰਮ ਕੇ ਇਹਨਾਂ ਦਾ ਵੀ ਪੂਰਾ ਪਰਿਵਾਰ ਨੂੰ ਸਹਿਯੋਗ ਹੈ। ਤੇ ਸਾਡੇ ਪਾਰਟੀ ਵੱਲੋਂ ਬੰਟੀ ਬਾਈ ਜੀ, ਗੋਲਡੀ ਬਾਈ ਜੀ, ਸਾਡੇ ਜ਼ਿਲ੍ਹਾ ਪ੍ਰਧਾਨ ਹਰੀਸ਼ ਕੌਸ਼ਲ ਜੀ, ਹੋਰ ਸਾਡੀ ਸਮੁੱਚੀ ਮੈਡਮ ਬਲਵਿੰਦਰ ਕੌਰ ਧੰਦਾਣਾ ਜੀ, ਸਾਰਾ ਪਰਿਵਾਰ ਸਾਡਾ ਬਹੁਜਨ ਸਮਾਜ ਪਾਰਟੀ ਦਾ ਪਰਿਵਾਰ ਤੇ ਆਮ ਆਦਮੀ ਪਾਰਟੀ ਦਾ ਪਰਿਵਾਰ। ਤੇ ਤੁਸੀਂ ਵਿਸ਼ੇਸ਼ ਤੌਰ ਤੇ ਅਸੀਂ ਤੁਹਾਡੇ ਤੇ ਮਾਣ ਆ ਸਾਨੂੰ, ਕਿਉਂਕਿ ਤੁਸੀਂ ਰਾਜਨੀਤੀ ਦਾ ਜਾਂ ਲੋਕਤੰਤਰ ਦਾ ਜਿਹਨੂੰ ਚੌਥਾ ਪਾਵਾ ਕਿਹਾ ਜਾਂਦਾ, ਕਿਉਂਕਿ ਸਾਡੇ ਮਨ ਵਿੱਚ ਡਰ ਸੀਗਾ ਵੀ ਮੀਡੀਆ ਵੀ ਕਿਸੇ ਨਾ ਕਿਤੇ ਜਿਹੜਾ ਇਸ ਤੋਂ ਕੰਦੀ ਕਤਰਾ ਰਿਹਾ। ਪਰ ਅੱਜ ਸਾਨੂੰ ਤੁਹਾਡੇ ਤੇ ਵਿਸ਼ਵਾਸ ਬਣ ਗਿਆ, ਭਰੋਸਾ ਬਣ ਗਿਆ ਵੀ ਤੁਸੀਂ ਭਾਵੇਂ ਕਿੱਡਾ ਹੀ ਕੋਈ ਕਦਾਵਰ ਬੰਦਾ ਹੋਵੇ, ਤੁਸੀਂ ਕਦੇ ਵੀ ਪਿੱਛੇ ਨਹੀਂ ਹਟੋਗੇ ਤੇ ਤੁਸੀਂ ਨਿਆਂ ਦਵਾ ਕੇ ਸਾਡੇ ਨਾਲ ਮੋਢਾ ਜੋੜ ਕੇ ਤੁਸੀਂ ਜਿਹੜਾ ਸਾਥ ਦਿਓਗੇ। ਤੇ ਅੱਜ ਤੁਸੀਂ ਉਸ ਗੱਲ ਤੇ ਮੋਹਰ ਵੀ ਲਾਈ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਮੁੱਚੇ ਕਿੰਨੀ ਟਾਈਮ ਦਾ ਜਿਹੜਾ ਅਲਟੀਮੇਟਮ ਦਿੱਤਾ ਤੁਸੀਂ ਜੀ? ਅਸੀਂ ਕੱਲ ਸ਼ਾਮ 5 ਵਜੇ ਤੱਕ ਦਾ ਅਸੀਂ ਅਲਟੀਮੇਟਮ ਦਿੱਤਾ। ਜੇ ਕੱਲ ਸ਼ਾਮ 5 ਵਜੇ ਤੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਸਰਾਖਾਂ ਪਿੱਛੇ ਨਾ ਭੇਜਿਆ ਗਿਆ ਤੇ ਉਸ ਨੂੰ ਮਿਸਾਲੀ ਸਜ਼ਾ ਜੋ ਬਣਦੀਆਂ ਧਾਰਾਵਾਂ, ਜੇ ਕੋਈ ਵੀ ਕੱਚੀ ਕਸਰ ਰਹਿ ਗਈ ਤਾਂ ਵੀ ਅਸੀਂ ਇਸ ਤਰ੍ਹਾਂ ਦੀ ਫੜ ਲਿਆ। ਧਾਰਾਵਾਂ ਵੀ ਅਸੀਂ ਦੇਖਣੀਆਂ ਵੀ ਜੋ ਉਸ ਤੇ ਲਾਗੂ ਹੁੰਦੀਆਂ ਉਹ ਲਾਈਆਂ ਕਿ ਨਹੀਂ ਲਾਈਆਂ। ਅਸੀਂ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਬੜਾ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਭਾਵੇਂ ਭਗਵੰਤ ਮਾਨ ਜੀ ਨੂੰ ਆਉਣਾ ਪਵੇ, ਭਾਵੇਂ ਹਰਪਾਲ ਚੀਮਾ ਜੀ ਨੂੰ ਆਉਣਾ ਪਵੇ, ਸਾਡੇ ਸਮੁੱਚੇ ਦੇ ਸਮੁੱਚੇ 18 ਐਮਐਲਏ ਸਾਹਿਬਾਨ ਅਸੀਂ ਇੱਥੇ ਲਿਆ ਕੇ ਲਾਈਨ 'ਚ ਖੜਾ ਦਾਂਗੇ। ਇਹ ਵੀ ਜਿਹੜਾ ਪੁਲਿਸ ਵੱਲੋਂ ਹੈ, ਪਹਿਲਾਂ ਅਣਪਛਾਤੇ ਵਿਅਕਤੀ ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਤੇ ਤੁਸੀਂ ਮਿਲੇ ਆ, ਤੁਹਾਨੂੰ ਕੀ ਕਿਹਾ ਪੁਲਿਸ ਵੱਲੋਂ? ਅੱਜ ਅਸੀਂ ਪਹਿਲਾਂ ਤਾਂ ਬਹੁਤ ਹੀ ਜਿਹੜੀ ਦੁਖਦਾਈ ਘਟਨਾ ਹੈ, ਇੱਕ ਬਹੁਤ ਵੱਡਾ ਪਾਪ ਹੋਇਆ ਹੈ 14 ਸਾਲ ਦੀ ਬੱਚੀ, ਔਰ ਜਿਹਦੇ ਨਾਲ ਇਹ ਬਹੁਤ ਮਾੜਾ ਕੁਕਰਮ ਹੋਇਆ ਔਰ ਜਿਹਦੀ ਅਸੀਂ ਜਿੰਨੀ ਵੀ ਨਿੰਦਿਆ ਹੋ ਸਕੇ ਉਹ ਥੋੜੀ ਹੈ। ਤਾਂ ਅੱਜ ਸਾਡੇ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ ਦੇ ਆਗੂ ਸਾਹਿਬਾਨ, ਅੱਜ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਹੈ ਔਰ ਅਸੀਂ ਉਹਨੂੰ ਇਹੀ ਪੁੱਛਿਆ ਕਿ ਜਿਹੜਾ ਇਹ ਡਿਲੇ ਕਿਉਂ ਹੋਇਆ, 4 ਦਿਨ ਹੋ ਗਏ ਹੈ, ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋ ਸਕੀ। ਦੂਜੀ ਗੱਲ ਕਿ ਜਦੋਂ ਕੁੜੀ ਇੰਟੈਲੀਜੈਂਟ ਹੈ, ਪੜ੍ਹੀ ਲਿਖੀ ਹੈ, ਉਹਨੇ ਬਾਈ ਨੇਮ ਜਿਹੜਾ ਉਹ ਪਰਮਿੰਦਰ ਸਿੰਘ ਦਾ ਨਾਮ ਲਿਆ, ਲੇਕਿਨ ਜਿਹੜੀ FIR ਅਣਪਛਾਤੇ ਦੀ ਕੀਤੀ ਗਈ। ਤਾਂ ਐਸਐਚਓ ਸਾਹਿਬ ਦਾ ਜਵਾਬ ਸੀ ਕਿ ਜਿਹੜੀ ਫਸਟ ਇਨਫੋਰਮੇਸ਼ਨ ਹੈ ਇਹਨਾਂ ਦੇ ਮਾਂ-ਬਾਪ ਵੱਲੋਂ ਕਿ ਉਹ ਸਾਨੂੰ ਅਣਪਛਾਤੇ ਦੀ ਆਈ, ਤੇ ਇਸ ਕਰਕੇ ਜਿਹੜੀ ਫਸਟ ਇਨਫੋਰਮੇਸ਼ਨ ਹੈ ਉਹ ਅਸੀਂ ਅਣਪਛਾਤੇ ਕਰਕੇ ਤਾਂ ਅਸੀਂ ਪਰਚਾ ਕਰਿਆ। ਤੋ ਜਿਹੜੀ ਕੁੜੀ ਦੇ ਬਿਆਨ, ਜਿਹੜੀ ਪੜ੍ਹੀ ਲਿਖੀ, ਉਹਨੇ ਆਪਣੇ ਬਿਆਨ ਦਿੱਤੇ ਸੀ ਕਿ ਮੇਰੇ ਨਾਲ ਜਿਹੜਾ ਪਰਮਿੰਦਰ ਸਿੰਘ ਖੇੜਾ ਉਹਨੇ ਮੇਰੇ ਨਾਲ ਇਹ ਗਲਤ ਕੰਮ ਕਰਿਆ। ਤੋ ਉਹ ਪਰਚੇ ਦਾ ਅਸੀਂ ਇਸ ਕਰਕੇ ਸਾਨੂੰ ਬੜਾ ਅਫਸੋਸ ਸੀ ਕਿ ਇਹ ਲੱਗਦਾ ਕਿ ਮਿਲੀ ਭੁਗਤ ਹੈ। ਜਿਵੇਂ ਬਾਈ ਜੀ ਨੇ ਦੱਸਿਆ ਕਿ ਜਿਹੜਾ ਪ੍ਰੈਸ ਹੈ ਚੌਥਾ ਥੰਮ ਹੈ, ਲੇਕਿਨ ਪਰਸੋਂ ਤੋਂ ਸਾਨੂੰ ਬੜੇ ਸ਼ੱਕ ਸ਼ੋਭਾ ਸਾਡੇ ਮਨ 'ਚ ਆ ਰਹੀ ਸੀ ਕਿ ਐਡਾ ਬੜਾ ਘਟਨਾ ਵਾਪਰ ਗਈ ਹੈ, ਜਿਹੜੀ ਪ੍ਰੈਸ ਹੈ ਜਿਹਨੂੰ ਅਸੀਂ ਚੌਥਾ ਥੰਮ ਮੰਨਦੇ ਹਾਂ ਪੂਰੇ ਦੇਸ਼ ਦੇ ਅੰਦਰ, ਕਿ ਉਹ ਕਿਉਂ ਚੁੱਪ ਪੈ ਗਿਆ। ਤੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਨੇੜੀਆ ਸਾਹਿਬ, ਮੈਂ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਪ੍ਰੈਸ ਲਗਾਤਾਰ ਜਿਹੜੀ ਹੈ ਕਿ ਉਹ ਇਸ ਬੱਚੀ ਦੇ ਪ੍ਰਤੀ ਆਪਣੀ ਆਵਾਜ਼ ਜਿਹੜੀ ਆ ਉਹ ਉਠਾ ਰਹੀ ਹੈ। ਸ਼ਾਇਦ ਤੁਹਾਨੂੰ ਕਿਤੇ ਗਲਤਫਹਿਮੀ ਹੋਈ ਹੈ ਕਿ ਪ੍ਰੈਸ ਵੱਲੋਂ ਕਿ ਆਵਾਜ਼ ਸਹੀ ਨਹੀਂ ਉਠਾਈ ਗਈ। ਨਹੀਂ, ਗਲਤਫਹਿਮੀ ਇਸ ਪਰਿਵਾਰ ਵੱਲੋਂ ਸਾਨੂੰ ਇਹ ਆਇਆ ਕਿ ਪਰਿਵਾਰ ਨੇ ਸਾਨੂੰ ਆਪ ਦੱਸਿਆ ਕਿ ਜੇ ਅਸੀਂ ਕੱਲ ਗਏ ਸੀ ਵੀ ਯਾਰ ਸਾਡੇ ਕੋਲ ਪ੍ਰੈਸ ਵਾਲਾ ਨਾ ਕੋਈ ਲਿਆਓ, ਵੀ ਸਾਤੋਂ ਵਾਈਟ ਲੈ ਜਾਣਾ, ਲਿਖ ਕੇ ਲੈ ਜਾਣਾ, ਸਾਡਾ ਲਾਉਂਦੇ ਹੈ ਹੀ ਨਹੀਂ। ਤੋ ਇਸ ਕਰਕੇ ਤਾਂ ਸਾਨੂੰ ਇਹ ਤਾਂ ਤੁਹਾਨੂੰ ਅਸੀਂ ਕਹਿਣਾ ਪਿਆ। ਇੱਕ ਮਿੰਟ ਜੀ, ਜਿਹੜੀ ਕੱਲ ਸਰ ਨਨਹੇੜੀਆਂ ਜੀ, ਜਦੋਂ ਅਸੀਂ ਡੇਲੀ ਐਜ਼ ਅ ਡੇਲੀ ਪੋਸਟ ਦੇ ਇੱਕ ਨੁਮਾਇੰਦੇ ਦੇ ਤੌਰ ਤੇ, ਇੱਕ ਰਿਪੋਰਟਰ ਦੇ ਤੌਰ ਤੇ ਮੈਂ ਗਿਆ ਸੀਗਾ ਉਹਨਾਂ ਕੋਲ, ਤੇ ਜਿਹੜੀ ਮੈਂ ਵਾਈਟ ਕੀਤੀ ਸੀਗੀ, ਅੱਜ ਤੁਸੀਂ ਦੇਖੋ ਔਰ ਪਾਸਵੇ ਨਿਊਜ਼ ਚੈਨਲ ਔਰ ਡੇਲੀ ਪੋਸਟ ਤੇ ਚੱਲ ਰਹੀ ਹੈ। ਠੀਕ। ਸੋ ਇਸ ਕਰਕੇ ਕਿਸੇ ਵੀ ਤਰ੍ਹਾਂ ਤੇ ਮਾਸੂਮ ਦੇ ਨਾਲੇ ਜਿਹੜੀ ਜਦੋਂ ਇਸ ਗੱਲ ਨੂੰ ਤੁਹਾਡੇ ਨਾਲ ਠੀਕ ਹੈ, ਸਹਿਮਤ ਹੈ। ਔਰ ਹੁਣ ਅਸੀਂ ਜਿਹੜੀ ਵੀਰ ਜੀ ਨੇ ਅਸੀਂ ਜਿਹੜਾ ਅਲਟੀਮੇਟ ਦਿੱਤਾ, ਅਸੀਂ ਪਰਸੋਂ 10 ਵਜੇ ਅਸੀਂ ਦੋਨੋਂ ਪਾਰਟੀਆਂ ਦੇ ਆਗੂ ਸਾਹਿਬ ਨਾਲ, ਹੋਰ ਵੀ ਮੈਂ ਜਥੇਬੰਦੀਆਂ ਨੂੰ ਕਹਾਂਗਾ ਜਿਨ੍ਹਾਂ ਦੇ ਅੰਦਰ ਕੋਈ ਜ਼ਮੀਰ ਹੈ ਕਿ ਜ਼ੁਲਮ ਹੋਇਆ, ਕਿ ਉਹ ਵੀ ਸਾਡੇ ਨਾਲ ਇਕੱਠੇ ਹੋਣ, ਸਾਥ ਹੋਣ ਕਿ ਇਹ ਬੱਚੀ ਨੂੰ ਇਨਸਾਫ ਦਿਓ। ਜੋ ਸਾਨੂੰ ਦੱਸਿਆ ਕਿ ਬੜੀਆਂ ਧਮਕੀਆਂ, ਪੈਸਿਆਂ ਦੀ ਆਫਰ ਆ ਰਹੀ ਹੈ, ਪਰ ਮੈਂ ਧੰਨਵਾਦ ਕਰਦਾ ਪਰਿਵਾਰ ਦਾ ਕਿ ਪਰਿਵਾਰ ਉਹ ਡਟਿਆ। ਇਸ ਕਰਕੇ ਅਸੀਂ ਪ੍ਰੈਸ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਜਿਹੜੀ ਸੱਚ ਦੀ ਆਵਾਜ਼ ਹੈ ਇਹਨੂੰ ਲੋਕਾਂ ਤੱਕ ਲੈ ਕੇ ਜਾਓ ਤਾਂ ਕਿ ਉਹ ਦੋਸ਼ੀ ਸਖਤ ਸਜ਼ਾ ਦਿੱਤੀ ਜਾਵੇ। ਦੂਸਰਾ ਸੀ ਕਿ ਕੋਈ ਜਿਹੜੀ ਕੁੜੀ ਹੈ ਉਹ SC ਕੈਟਾਗਰੀ ਹੈ, ਅਸੀਂ SHO ਸਾਹਿਬ ਨੂੰ ਕਿਹਾ ਕਿ SC ਐਕਟ ਵੀ ਲੱਗਣਾ ਚਾਹੀਦਾ, ਲੇਕਿਨ ਉਹਨਾਂ ਨੇ ਸਾਨੂੰ ਇਹ ਕਿਹਾ ਕਿ SC ਐਕਟ ਵਾਸਤੇ ਅਸੀਂ ਡੀ ਲੀਗਲ ਨੂੰ ਅਸੀਂ ਭੇਜਿਆ, ਜੇ ਰਿਪੋਰਟ ਆਈ ਉਹ ਅਸੀਂ SC ਜਿਹੜਾ SC ਐਕਟ ਵੀ ਪਰਚਾ ਦਰਜ ਕਰਾਂਗੇ। ਔਰ
ਫਿਰ ਦੁਬਾਰਾ ਅਸੀਂ ਕਹਿਣਾ ਚਾਹਾਂਗੇ ਸਾਰੇ ਆਵਾਮ ਨੂੰ ਕਿ ਤੁਸੀਂ ਇਸ ਬੱਚੀ ਦੇ ਜਿਹੜੇ ਮਾਪੇ ਹੈ ਉਹਨਾਂ ਨੂੰ ਵੀ ਅਸੀਂ ਵਿਸ਼ਵਾਸ ਦਿੰਦੇ ਕਿ ਬਹੁਜਨ ਸਮਾਜ ਪਾਰਟੀ, ਆਮ ਆਦਮੀ ਪਾਰਟੀ, ਸਾਰੇ ਅਸੀਂ ਤੁਹਾਡੇ ਨਾਲ ਖੜੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਜੀ ਕਿ ਬਹੁਤ ਹੀ ਮੰਦਭਾਗੀ ਘਟਨਾ ਇਹ ਵਾਪਰੀ ਹੈ, ਜੋ ਕਿ ਸਾਡੇ ਸਮਾਜ ਔਰ ਸਾਡੀ ਸਾਰੀ ਇਹਦੇ 'ਚ ਬਹੁਤ ਹੀ ਅਸੀਂ ਨਿੰਦਾ ਕਰਦੇ ਹਾਂ ਇਹਦੀ। ਇੱਕ ਛੋਟੀ ਨਾਬਾਲਗ ਬੱਚੀ ਨਾਲ ਜੋ ਉਹਨੇ ਬਿਆਨ ਦਿੱਤੇ ਹੈ ਕੋਰਟ 'ਚ ਜਾ ਕੇ, ਬੜੀ ਦੁਖਦਾਈ ਘਟਨਾ ਹੈ। ਔਰ ਇਸੀ ਕਰਕੇ ਜਦ ਕਿ ਮੈਂ ਇਹ ਗੱਲ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ, ਸ਼ੁਰੂ ਤੋਂ ਜਦੋਂ ਤੋਂ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਹੈ, ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਜੋ 10 ਸਾਲ ਇੱਥੇ ਅਕਾਲੀ ਬੀਜੇਪੀ ਦਾ ਸਰਕਾਰ ਦਾ ਜੰਗਲ ਰਾਜ ਰਿਹਾ, ਧੱਕਾਸ਼ਾਹੀ ਰਹੀ ਹੈ, ਕਿ ਵੈਸੀ ਧੱਕਾਸ਼ਾਹੀ ਨਾ ਅਸੀਂ ਚੱਲਣ ਦੇਣੀ ਹੈ ਨਾ ਹੋਣ ਦੇਣੀ ਹੈ। ਸੋ ਉਹ ਇਹ ਗੱਲ ਮੈਂ ਤੁਹਾਨੂੰ ਤਾਂ ਦੁਹਰਾ ਰਿਹਾ ਕੈਪਟਨ ਸਾਹਿਬ ਦੀ ਕਿ ਇਹ ਸਾਨੂੰ ਜਦੋਂ ਪਤਾ ਲੱਗੀ ਗੱਲ 21-22 ਤਰੀਕ ਨੂੰ, ਇਹ ਘਟਨਾ ਵੈਸੇ ਤੁਹਾਡੀ ਜਾਣਕਾਰੀ ਵਾਸਤੇ ਘਟੀ ਹੋਈ ਹੈ ਜੂਨ ਦੀ। ਉਹ ਛੋਟੀ ਬੱਚੀ ਕਿਤੇ ਡਰਦੀ ਰਹੀ, ਉਹਨੇ ਆਪਣਾ ਬਿਆਨ ਨਹੀਂ ਦਿੱਤਾ, ਪੁਲਿਸ ਕੋਲ ਨਹੀਂ ਆਏ, ਉਹਦੇ ਮਾਪਿਓ ਡਰਦੇ ਰਹੇ, ਉਹ ਜਿਹੜੀ ਇੱਕ ਵਿੱਚ ਦੂਸਰੀ ਲੇਡੀ ਇਨਵੋਲਵ ਸੀ ਉਹ ਡਰਾਉਂਦੀ ਰਹੀ। ਤੇ ਇਹਨਾਂ ਨੇ ਹੁਣ ਆ ਕੇ 21-22 ਤਰੀਕ ਨੂੰ 21 ਰਾਤ ਨੂੰ ਜਦੋਂ ਪੁਲਿਸ ਨੂੰ ਅਪਰੋਚ ਕਰਿਆ, ਉਸ ਤੋਂ ਬਾਅਦ ਪੁਲਿਸ ਨੇ ਬਿਆਨ ਲਿਖੇ ਸਾਰੇ, ਕਿਉਂਕਿ ਬੱਚੀ ਨਾਬਾਲਿਗ ਸੀ। ਫਿਰ ਉਹਦੇ ਬਿਆਨ ਜੱਜ ਸਾਹਿਬ ਅੱਗੇ ਕੋਰਟ 'ਚ ਸੁਣਿਆ, ਉੱਥੇ ਉਹਦੇ ਬਿਆਨ ਹੋਏ। ਉਹਨੇ ਜਿੱਥੇ ਜਿਹਦਾ ਨਾਮ ਲਿਆ ਉਹ ਵਿੱਚ ਨਾਮਜ਼ਦ ਕਰਕੇ ਪੁਲਿਸ ਨੇ ਆਪਣੀ ਸਾਰੀ ਜਿਹੜੀ ਲੋੜੀਂਦੀ ਕਾਰਵਾਈ ਹੈ ਉਹ ਕੀਤੀ। ਮੈਂ ਨਹੀਂ ਸਮਝਦਾ ਵੀ ਕਾਰਵਾਈ 'ਚ ਕੋਈ ਕਮੀ ਹੋਈ ਹੈ। ਸਰ, ਅੱਜ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਇੱਥੇ ਨੁਮਾਇੰਦੇ ਆਏ ਸੀਗੇ, ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਜਿਹੜੀ ਹੈ ਉਹ ਸਹੀ ਕਾਰਵਾਈ ਨਹੀਂ ਕਰ ਰਹੀ ਤੇ ਦੋਸ਼ੀ ਜਿਹੜਾ ਕਿ ਹਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਪ੍ਰਤੀ ਪੁਲਿਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਮੇਰਾ ਇਹ ਕਹਿਣਾ ਹੈ ਕਿ ਜਦੋਂ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ, ਸਾਨੂੰ ਇਹਦਾ ਜ਼ਿਆਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ, ਕਿਉਂਕਿ ਪਹਿਲਾਂ ਕਿਸੇ ਦੇ ਪਰਿਵਾਰ ਨਾਲ, ਇੱਕ ਬੱਚੇ ਨਾਲ ਇੰਨਾ ਧੱਕਾ ਹੋ ਗਿਆ। ਪੁਲਿਸ ਆਪਣੀ ਲੋੜੀਂਦੀ ਕਾਰਵਾਈ ਕਰ ਰਹੀ ਹੈ। ਜਿੱਦਣ ਤੋਂ ਕੰਗ ਸਾਹਿਬ ਦੀ ਨੌਲੇਜ 'ਤੇ ਸਾਰੀ ਖਬਰ ਆਈ ਹੈ, ਉਦਣ ਤੋਂ ਕੰਗ ਸਾਹਿਬ CM ਸਾਹਿਬ ਨਾਲ, DGP ਸਾਹਿਬ ਨਾਲ, SSP ਸਾਹਿਬ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ। ਔਰ ਜਦੋਂ ਕੁੜੀ ਦਾ ਬਿਆਨ ਹੋਣ ਤੋਂ ਬਾਅਦ ਛੋਟੀ ਬਿਟੀਆ ਦੇ ਕੋਰਟ 'ਚ ਨਾਮਜ਼ਦ ਹੋ ਗਿਆ ਬੰਦਾ, ਉਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਕਈ ਵਾਰ ਰੇਡ ਕਰ ਚੁੱਕੇ ਹੈ। ਔਰ ਹੁਣ ਵੀ ਮੇਰੇ ਆਉਣ ਦਾ ਇੱਥੇ ਇਹੀ ਕਾਰਨ ਸੀ ਵੀ ਕਿਸੇ ਕਿਸਮ ਦੀ ਕੋਈ ਢਿੱਲ ਨਾ ਛੱਡੀ ਜਾਵੇ। ਆਪ ਆ ਕੇ ਮੈਂ ਇੱਥੇ SHO ਸਾਹਿਬ ਨਾਲ ਗੱਲ ਕਰੀਏ, ਸਾਡੀ ਲਗਾਤਾਰ ਪਹਿਲਾਂ ਵੀ ਗੱਲ ਚੱਲ ਰਹੀ ਕਈ ਦਿਨਾਂ ਤੋਂ ਕਿ ਇਮੀਡੀਏਟਲੀ ਛੇਤੀ ਤੋਂ ਛੇਤੀ ਜਿਹੜੇ ਗੁਨਾਹਗਾਰ ਹੈ ਉਹ ਅਰੈਸਟ ਕਰੇ ਜਾਣ। ਜੇ ਸਰ ਗੁਨਾਹਗਾਰ ਅਰੈਸਟ ਨਹੀਂ ਹੁੰਦੇ ਤਾਂ ਕਾਂਗਰਸ ਦਾ ਕੀ ਸਟੈਂਡ ਹੋਵੇਗਾ ਜੀ? ਗੁਨਾਹਗਾਰ ਬਿਲਕੁਲ ਅਰੈਸਟ ਹੋਣਗੇ, ਇਹਦਾ ਕੋਈ ਦੇਰ ਸਵੇਰ 19-21 ਕੁਝ ਘੰਟਿਆਂ ਦੀ ਗੱਲ ਹੈ। ਜੋ ਗੱਲ SSP ਸਾਹਿਬ ਨਾਲ ਹੋਈ ਹੈ, ਇੰਸਪੈਕਟਰ ਸਾਹਿਬ ਨਾਲ ਹੋਈ ਹੈ, ਛੇਤੀ ਤੋਂ ਛੇਤੀ ਗੁਨਾਹਗਾਰ ਅਰੈਸਟ ਹੋਣਗੇ, ਕਿਉਂਕਿ ਕੋਈ ਅਕਾਲੀ BJP ਸਰਕਾਰ ਵਾਲਾ ਜੰਗਲ ਰਾਜ ਨਹੀਂ ਹੈ ਕਿ ਗੁੰਡਾ ਰਾਜ ਨੂੰ ਅਸੀਂ ਇੱਥੇ ਜਿਹਨੂੰ ਕਹਿ ਲਓ ਉਤਸ਼ਾਹਿਤ ਕਰਕੇ ਅੱਗੇ ਕਰਕੇ ਰੱਖਾਂਗੇ। ਜੋ ਵੀ ਕਿਸੇ ਨੇ ਕੋਈ ਗਲਤੀ ਕਰੀ ਹੈ, ਮੈਂ ਨਹੀਂ ਕਹਿੰਦਾ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਤਾਲੁਕ ਰੱਖਦਾ ਹੋਵੇ, ਜੋ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਤਹਿਤ ਉਹ ਮਿਲੂਗੀ। ਸੋ ਗੱਲਬਾਤ ਕੀਤੀ ਹੈ ਆਮ ਆਦਮੀ ਪਾਰਟੀ ਅਤੇ BSP ਦੇ ਜੋ ਲੀਡਰ ਨੇ ਇੱਥੇ ਪਹੁੰਚੇ ਨੇ, ਰਾਜਾ ਨਨੇੜੀਆਂ ਜੀ ਅਤੇ ਨਰਿੰਦਰ ਸਿੰਘ ਸ਼ੇਰਗਿੱਲ, ਜਸਵਿੰਦਰ ਗੋਲਡੀ ਤੇ ਬਾਕੀ ਸਾਰੇ ਜੋ ਇਹਨਾਂ ਯੂਥ ਆਗੂ ਨੇ, ਉਹਨਾਂ ਦੁਆਰਾ ਜੋ ਇੱਕ ਚੇਤਾਵਨੀ ਵੀ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਕਿ ਜੇਕਰ ਕੱਲ ਸ਼ਾਮ ਤੱਕ ਅਪਰਾਧੀਆਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਜੋ ਕੁਰਾਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੁਆਰਾ ਰਲ ਕੇ ਕੀਤਾ ਜਾਵੇਗਾ। ਕਾਫੀ ਜੋ ਇਲਜ਼ਾਮ ਨੇ ਉਹ ਵੀ ਲੱਗੇ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ। ਗੱਲਬਾਤ ਕਰਾਂਗੇ SHO ਗੁਰਪ੍ਰੀਤ ਸਿੰਘ ਜੀ ਨਾਲ ਤੇ ਜਾਣਾਂਗੇ ਉਹਨਾਂ ਦੇ ਵਿਊ ਕਿ ਕੀ ਹੈ ਉਹਨਾਂ ਦੀ ਇਸ ਪੂਰੇ ਕੇਸ ਦੇ ਬਾਰੇ ਪੱਖ ਤੇ ਕਿੰਨੇ ਕੁ ਬੰਦਿਆਂ ਦੇ ਜੋ ਨਾਮਜ਼ਦ ਨੇ ਉਹ ਕੀਤੇ ਗਏ ਨੇ। ਸੀਗਾ ਉਸ ਮਾਮਲੇ 'ਚ ਪਹਿਲਾਂ ਸਰ ਜਿਹੜਾ ਅਣਪਛਾਤੇ ਵਿਅਕਤੀ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਸੀਗਾ ਤੇ ਉਸ ਪਰਚੇ 'ਚ ਅੱਜ ਆਮ ਆਦਮੀ ਪਾਰਟੀ ਦੇ BSP ਵਾਲੇ ਵੀ ਪਹੁੰਚੇ ਨੇ ਤੇ ਸਰ ਦੱਸੂਗੇ ਉਸ ਕੋਈ ਵਿਅਕਤੀ ਦਾ ਜਿਹੜਾ ਨਾਮ ਸ਼ਾਮਿਲ ਕੀਤਾ ਗਿਆ ਕੇਸ? ਹਾਂਜੀ ਹਾਂ, 100 ਜਿਹੜੀ ਲੜਕੀ ਨੇ ਆਪਣੇ ਮਤਲਬ 164 ਦੇ ਬਿਆਨ ਦਿੱਤੇ ਨੇ, ਉਹਦੇ ਵਿੱਚ ਪਰਮਿੰਦਰ ਸਿੰਘ ਪਿੰਡ ਖੇੜੇ ਦਾ ਨਾਮ ਲਿਆ, ਉਹਨੂੰ ਅਸੀਂ ਨਾਲ ਦੇ ਨਾਲ ਨਾਮਜ਼ਦ ਕਰਕੇ ਕਰ ਲਿਆ ਹੈਗਾ ਤੇ ਉਹਦੇ ਤੇ ਹੁਣ ਰੇਡਾਂ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਜਲਦੀ ਨੂੰ ਤਫਤੀਸ਼ ਨੂੰ ਮੁਕੰਮਲ ਕਰਕੇ ਚਲਾਨ ਦੇਵਾਂਗੇ। ਤਾਂ ਸਰ ਕਿੰਨੇ ਜਿਹੜਾ ਆਮ ਆਦਮੀ ਪਾਰਟੀ ਦੇ ਇਹਨਾਂ ਵੱਲੋਂ ਜਿਹੜਾ 24 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਜੀ ਵੀ ਜੇ ਨਹੀਂ ਫੜਦੇ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਕੀਤਾ ਜਾਵੇਗਾ, ਉਹਦੇ ਬਾਰੇ ਕੀ ਕਹਿਣਾ ਸਰ? ਜੀ ਉਹ ਪ੍ਰਦਰਸ਼ਨ ਨੂੰ ਆਪਾਂ ਤਾਂ ਟਰਾਈ ਕਰ ਰਹੇ ਹਾਂ, ਉਹਨੂੰ ਜਿੰਨਾ ਜਲਦੀ ਤੋਂ ਜਲਦੀ 24 ਘੰਟੇ ਤੋਂ ਪਹਿਲਾਂ ਵੀ ਟਰਾਈ ਕਰਾਂਗੇ ਵੀ ਜਿੰਨਾ ਜਲਦੀ ਅਸੀਂ ਅਰੈਸਟ ਕਰ ਲਈਏ। ਉਹਦੇ ਸੰਬੰਧੀ ਅਸੀਂ ਗੱਲ ਕਰ ਲਈ ਉਹਨਾਂ ਨਾਲ, ਕੋਈ ਗੱਲ ਨਹੀਂ, ਉਹਨਾਂ ਨੂੰ ਅਸੀਂ ਸਮਝਾਵਾਂਗੇ ਇਹਦੇ ਸੰਬੰਧੀ, ਕਿਉਂਕਿ ਇਹ ਜਿਹੜਾ ਹੈਗੇ ਇਹਨਾਂ ਨੂੰ ਅਸੀਂ ਅਰੈਸਟ ਕਰਨ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਪਰਮਿੰਦਰ ਸਿੰਘ ਹੈ ਸਰ ਕਿਸੇ ਪਾਰਟੀ ਨਾਲ ਵੀ ਜੁੜਿਆ ਹੋਇਆ ਹੈ? ਇਹਦੇ ਸੰਬੰਧੀ ਸਾਨੂੰ ਕੋਈ ਨੌਲੇਜ ਨਹੀਂ, ਜਦੋਂ ਅਰੈਸਟ ਕਰ ਲਾਂਗੇ ਉਹਦੇ ਜਦੋਂ ਤਫਤੀਸ਼ ਦੇ ਦੌਰਾਨ ਅਸੀਂ ਬਚਾਂਗੇ ਇਹਨੂੰ। ਸੋ ਗੱਲਬਾਤ ਕੀਤੀ ਹੈ SHO ਗੁਰਪ੍ਰੀਤ ਸਿੰਘ ਨਾਲ, ਜਿਨ੍ਹਾਂ ਨੇ ਦੱਸਿਆ ਹੈ ਕਿ ਦੋਸ਼ੀ ਜੋ ਖੇੜੇ ਪਿੰਡ ਦਾ ਰਹਿਣ ਵਾਲਾ ਹੈ, ਉਸ ਦਾ ਨਾਮ ਹੈ ਜੋ ਉਹ
ਇਸ ਦੇ ਵਿੱਚ ਪਰਚੇ ਦੇ ਵਿੱਚ ਦਰਜ ਕਰ ਦਿੱਤਾ ਗਿਆ ਹੈ ਤੇ ਉਸ ਦੀ ਭਾਲ ਦੇ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ। ਦੇਖਣਾ ਹੋਵੇਗਾ ਕਿ ਕਿੰਨੀ ਜਲਦੀ ਜੋ ਪੁਲਿਸ ਪਾਰਟੀ ਦੀ ਜੇ ਐਕਟੀਵਿਟੀ ਹੈ ਇਹ ਸਿਰੇ ਚੜ੍ਹਦੀ ਆ ਤੇ ਜੋ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਵਿੱਚ ਕੀਤਾ ਜਾਂਦਾ ਹੈ। ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਜੋ ਇਹ ਕਹਾਣੀ ਇਸ ਸ਼ਹਿਰ ਦੀ, ਇਸ ਪਰਿਵਾਰ ਦੀ ਬਣੀ ਹੈ, ਇਹ ਉਹਨਾਂ ਬਾਕੀ ਪੇਰੈਂਟਸ ਲਈ ਵੀ ਇੱਕ ਸਬਕ ਹੈ ਕਿ ਆਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦਿਓ। ਆਪਣੇ ਘਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀ ਇਨਫੈਕਟ ਜੇਕਰ ਭੇਜਣਾ ਹੈ ਤਾਂ ਨਾਲ ਜ਼ਰੂਰ ਜਾਓ, ਕਿਉਂਕਿ ਅੱਜ ਕੱਲ੍ਹ ਜਦੋਂ ਚਾਚੀਆਂ ਤਾਈਆਂ ਦੇ ਉੱਤੇ ਭਰੋਸੇ ਨਹੀਂ ਰਹੇ ਤਾਂ ਅੱਗੇ ਤੁਸੀਂ ਯਾਰਾਂ ਬੇਲੀਆਂ ਦੇ ਉੱਤੇ ਕਿੱਥੇ ਕਰ ਲੋਗੇ। ਕੁਰਾਲੀ ਤੋਂ ਜਗਦੀਸ਼ ਸਿੰਘ ਦੀ ਰਿਪੋਰਟ। ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ।